ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਚੈਨਲ। ਮੇਰਾ ਨਾਮ ਹੈ ਜਸਕੀਰਤ ਤੇ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਕੈਨੇਡਾ ਵਿੱਚ ਨਿਊ ਇਮੀਗ੍ਰੈਂਟਸ ਨੇ ਤੇ ਇੱਥੇ ਆਪਣਾ ਪਹਿਲਾ ਘਰ ਲੈਣ ਬਾਰੇ ਸੋਚ ਰਹੇ ਨੇ। ਇਸ ਵੀਡੀਓ ਵਿੱਚ ਆਪਾਂ ਘਰ ਲੈਣ ਦੇ ਸਟੈਪ ਬਾਈ ਸਟੈਪ ਪ੍ਰੋਸੈਸ ਬਾਰੇ ਗੱਲ ਕਰਾਂਗੇ, ਯਾਨੀ ਕਿ ਘਰ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ, ਡਾਊਨ ਪੇਮੈਂਟ, ਮੌਰਗੇਜ, ਇਹ ਸਾਰੇ ਟੌਪਿਕਸ ਕਵਰ ਕਰਾਂਗੇ। ਤਾਂ ਜੇਕਰ ਤੁਸੀਂ ਇੰਟਰਸਟਿਡ ਹੋ ਤਾਂ ਕੀਪ ਵਾਚਿੰਗ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਘਰ ਲੈਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦੀ ਕਲੈਰਿਟੀ ਹੋਣੀ ਚਾਹੀਦੀ ਹੈ। ਨੰਬਰ 1 ਇਜ਼ ਟਾਈਪਸ ਆਫ ਹਾਊਸਸ। ਕੈਨੇਡਾ ਵਿੱਚ ਮੋਸਟਲੀ 3 ਤਰ੍ਹਾਂ ਦੇ ਘਰ ਹੁੰਦੇ ਆ, ਡੀਟੈਚਡ, ਸੈਮੀ ਡੀਟੈਚਡ ਤੇ ਟਾਊਨ ਹਾਊਸਸ। ਅਪਾਰਟਮੈਂਟਸ ਤੇ ਫਲੈਟਸ ਦੀ ਮੈਂ ਗੱਲ ਨਹੀਂ ਕਰਾਂਗੀ ਕਿਉਂਕਿ ਯੂਜੂਅਲੀ ਲੋਕੀ ਉਹ ਰੈਂਟ ਤੇ ਰਹਿੰਦੇ, ਉਹਨਾਂ ਵਿੱਚ ਖਰੀਦਦੇ ਨਹੀਂ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡੀਟੈਚਡ ਹਾਊਸਸ ਦੀ। ਡਿਟੈਚ ਹਾਊਸ ਇੱਕ ਇੰਡੀਪੈਂਡੈਂਟ ਸਟਰਕਚਰ ਵਾਂਗ ਹੈ ਕਿ ਜਿਹਦੀਆਂ ਕੋਈ ਵੀ ਕੰਧਾਂ ਦੋਨੋਂ ਸਾਈਡਸ ਤੋਂ ਨੇਬਰਸ ਦੀਆਂ, ਗੁਆਂਢੀਆਂ ਦੀਆਂ ਕੰਧਾਂ ਨਾਲ ਨਹੀਂ ਜੁੜੀਆਂ ਹੋਈਆਂ ਉਹਨਾਂ ਦੇ ਘਰਾਂ ਨਾਲ। ਤਾਂ ਇੱਕ ਬਿਲਕੁਲ ਇੰਡੀਪੈਂਡੈਂਟ ਘਰ ਵਾਂਗੂ ਹੈ। ਤੁਹਾਡਾ ਆਪਣਾ ਬੈਕਯਾਰਡ ਹੋਏਗਾ, ਡਰਾਈਵੇ ਹੋਏਗਾ ਤੇ ਡਿਟੈਚਡ ਖੁੱਲੇ ਘਰ ਹੁੰਦੇ ਆ। ਇਸ ਤੋਂ ਸੈਕਿੰਡ ਨੰਬਰ 'ਚ ਆ ਜਾਂਦਾ ਹੈ ਸੈਮੀ ਡਿਟੈਚਡ ਹਾਊਸ, ਜਿਹਦੇ ਵਿੱਚ ਦੋ ਘਰਾਂ ਦੀ ਆਪਸ 'ਚ ਇੱਕ ਕੰਧ ਕਾਮਨ ਹੁੰਦੀ ਹੈ, ਯਾਨੀ ਕਿ ਤੁਹਾਡੀ ਇੱਕ ਸਾਈਡ ਤੋਂ ਓਪਨ ਹੈ ਘਰ ਤੇ ਦੂਸਰੀ ਸਾਈਡ ਤੋਂ ਤੁਹਾਡੀ ਜਿਹੜੀ ਕੰਧ ਹੈ ਉਹ ਨੇਬਰਸ ਨਾਲ ਸਾਂਝੀ ਹੈ। ਤਾਂ ਇਹ ਦੇਖਣ ਨੂੰ ਐਵੇਂ ਲੱਗਦਾ ਕਿ ਜਿਵੇਂ ਇੱਕ ਸਿੰਗਲ ਘਰ ਹੈ, ਬਟ ਯੂਜੂਅਲੀ ਉਹ ਦੋ ਘਰ ਹੁੰਦੇ ਆ ਤੇ ਉਹਨਾਂ ਦੀ ਕਾਮਨ ਵਾਲ ਹੁੰਦੀ ਹੈ ਵਿੱਚ। ਇਹ ਹੋ ਗਏ ਸੈਮੀ ਡਿਟੈਚਡ। ਟਾਊਨ ਹਾਊਸਸ ਜਿਹੜੇ ਘਰ ਨੇ ਉਹ ਪੂਰੇ ਇੱਕ ਰੋ ਵਿੱਚ ਇੱਕੋ ਜਿਹੇ ਬਣੇ ਹੋਏ ਘਰ ਹੁੰਦੇ ਆ ਤੇ ਉਹਨਾਂ ਦੀਆਂ ਓਬਵੀਅਸਲੀ ਹਰ ਘਰ ਦੀਆਂ ਦੋਨੋਂ ਪਾਸੋਂ ਕੰਧਾਂ ਜੁੜੀਆਂ ਹੁੰਦੀਆਂ, ਯਾਨੀ ਕਿ ਸਾਂਝੀਆਂ ਹੁੰਦੀਆਂ ਦੋਨੋਂ ਨੇਬਰਸ ਨਾਲ। ਇਸ ਸਾਈਡ ਵੀ ਤੇ ਇਸ ਸਾਈਡ ਦੋਨੋਂ ਕੰਧਾਂ ਸ਼ੇਅਰ ਕਰਦੇ ਹੋ ਤੁਸੀਂ, ਤਾਂ ਉਹ ਘਰ ਸਾਰੇ ਇਕੱਠੇ ਜੁੜੇ ਹੋਏ ਹੁੰਦੇ ਆ ਟਾਊਨ ਹਾਊਸਸ। ਨਾ ਓਬਵੀਅਸਲੀ ਟਾਊਨ ਹਾਊਸਸ ਸਾਈਜ਼ ਵਿੱਚ ਸਭ ਤੋਂ ਛੋਟੇ ਹੈ, ਇਹਨਾਂ ਵਿੱਚੋਂ ਡੀਟੈਚ ਸਭ ਤੋਂ ਖੁੱਲੇ ਘਰ ਨੇ ਤੇ ਇਸ ਲਈ ਡੀਟੈਚ ਘਰ ਮਹਿੰਗੇ ਵੀ ਹੁੰਦੇ ਆ। ਸੈਮੀ ਡਿਟੈਚਡ ਉਸ ਤੋਂ ਥੋੜੇ ਸਸਤੇ ਹੁੰਦੇ ਆ ਤੇ ਟਾਊਨ ਹਾਊਸਸ ਇਹਨਾਂ ਚੋਂ ਸਭ ਤੋਂ ਸਸਤੇ ਘਰ ਹੁੰਦੇ ਆ। ਇੱਕ ਹੋਰ ਜ਼ਰੂਰੀ ਗੱਲ, ਟਾਊਨ ਹਾਊਸਸ ਦੋ ਤਰ੍ਹਾਂ ਦੇ ਹੁੰਦੇ ਆ, ਫ੍ਰੀ ਹੋਲਡ ਟਾਊਨ ਹਾਊਸ ਤੇ ਮੇਨਟੇਨੈਂਸ ਟਾਊਨ ਹਾਊਸ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਘਰ ਸਿਲੈਕਟ ਕਰਨ ਤੋਂ ਪਹਿਲਾਂ, ਕਿਉਂਕਿ ਜੇਕਰ ਉਹ ਮੇਨਟੇਨੈਂਸ ਵਾਲਾ ਟਾਊਨ ਹਾਊਸ ਹੈ ਤਾਂ ਤੁਹਾਨੂੰ ਆਪਣੀ ਮੌਰਗੇਜ ਅਮਾਊਂਟ ਤੋਂ ਇਲਾਵਾ ਹਰ ਮਹੀਨੇ ਇੱਕ ਐਕਸਟਰਾ ਅਮਾਊਂਟ ਪੇ ਕਰਨੀ ਪੈਂਦੀ ਹੈ, ਮੇਨਟੇਨੈਂਸ ਫੀ, ਜੋ ਕਿ $100 ਤੋਂ ਲੈ ਕੇ $300-400 ਤੱਕ ਵੀ ਹੋ ਸਕਦੀ ਹੈ। ਤੇ ਇਹਦਾ ਪਰਪਸ ਇਹ ਹੁੰਦਾ ਕਿ ਜਿਹੜਾ ਤੁਹਾਡਾ ਲੌਨ ਹੈ ਘਰ ਦੇ ਆਸ-ਪਾਸ, ਉਹਦੀ ਘਾਹ ਦੀ ਸਫਾਈ ਤੇ ਉਹ ਸਾਰਾ ਕੁਝ ਤੁਹਾਡੀ ਜ਼ਿੰਮੇਵਾਰੀ ਨਹੀਂ ਹੁੰਦੀ, ਉਹ ਸਾਰਾ ਕੁਝ ਮੇਨਟੇਨ ਉਹ ਕਰਦੇ ਹੈ। ਤੇ ਈਵਨ ਸਰਦੀਆਂ ਵਿੱਚ ਸਨੋ ਵਗੈਰਾ ਸਾਫ਼ ਕਰਨਾ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ। ਤਾਂ ਇਹਨਾਂ ਚੀਜ਼ਾਂ ਕਰਕੇ ਉਹ ਮੇਨਟੇਨੈਂਸ ਫੀ ਲੈਂਦੇ ਆ, ਜੋ ਕਿ ਹਰ ਮੰਥ ਤੁਹਾਨੂੰ ਇੱਕ ਐਕਸਟਰਾ ਖਰਚਾ ਹੁੰਦਾ ਹੈ ਦੇਖਿਆ ਜਾਵੇ। ਜਦਕਿ ਫ੍ਰੀ ਹੋਲਡ ਟਾਊਨ ਹਾਊਸਸ ਜਿਹੜੇ ਆ ਉਹਨਾਂ ਵਿੱਚ ਤੁਹਾਨੂੰ ਇਹ ਸਾਰੇ ਕੰਮ ਆਪ ਕਰਨੇ ਪੈਣਗੇ ਤੇ ਇਸ ਲਈ ਉੱਥੇ ਕੋਈ ਮੇਨਟੇਨੈਂਸ ਫੀ ਵੀ ਨਹੀਂ ਹੈਗੀ। ਤਾਂ ਇਹ ਹੈਗੇ ਆ 3 ਤਰ੍ਹਾਂ ਦੇ ਹਾਊਸਸ ਤੇ ਤੁਸੀਂ ਡਿਸਾਈਡ ਕਰਨਾ ਹੈ ਕਿ ਹਾਂ ਤੁਹਾਨੂੰ ਤੁਹਾਡਾ ਬਜਟ ਕਿੰਨਾ ਹੈ ਤੇ ਤੁਸੀਂ ਕਿਹੜੇ ਤਰ੍ਹਾਂ ਦੇ ਹਾਊਸ ਨੂੰ ਪ੍ਰੈਫਰ ਕਰੋਗੇ। ਹੁਣ ਗੱਲ ਕਰਦੇ ਹਾਂ ਲੋਕੇਸ਼ਨ ਦੀ। ਤਾਂ ਤੁਸੀਂ ਦੇਖੋਗੇ ਕਿ ਜਿਹੜੇ ਵੱਡੇ ਸ਼ਹਿਰ ਨੇ, ਪ੍ਰਾਈਮ ਲੋਕੇਸ਼ਨਸ ਨੇ ਜਿਹੜੀਆਂ ਕੈਨੇਡਾ ਵਿੱਚ, ਓਬਵੀਅਸਲੀ ਉਹਨਾਂ ਵਿੱਚ ਘਰ ਮਹਿੰਗੇ ਹੁੰਦੇ ਆ। ਜਿਵੇਂ ਕਿ ਟੋਰਾਂਟੋ ਤੇ ਟੋਰਾਂਟੋ ਦੇ ਆਸ-ਪਾਸ ਵਾਲੇ ਸਾਰੇ ਸ਼ਹਿਰ ਕਾਫੀ ਮਹਿੰਗੇ ਨੇ, ਜਿਵੇਂ ਕਿ ਬਰੈਂਪਟਨ ਤੇ ਮਿਸਿਸਾਗਾ। ਉੱਥੇ ਡਿਟੈਚਡ ਹਾਊਸਸ ਮਿਲੀਅਨ ਤੋਂ ਥੱਲੇ ਮਿਲਦੇ ਹੀ ਨਹੀਂ ਹੈ, ਬਹੁਤ ਜ਼ਿਆਦਾ ਰੇਟਸ ਵਧੇ ਹੋਏ ਹੈ। ਬਟ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਹਾਡਾ ਵਰਕ ਪਲੇਸ ਕਿੱਥੇ ਹੈ, ਹੈ ਨਾ। ਜੇ ਤੁਸੀਂ ਵਰਕ ਪਲੇਸ ਦੇ ਨੇੜੇ ਘਰ ਲੈਣਾ ਚਾਹੁੰਦੇ ਹੋ ਤਾਂ ਓਬਵੀਅਸਲੀ ਤੁਹਾਨੂੰ, ਬਿਕਾਜ਼ ਇਹ ਵੱਡੇ ਸ਼ਹਿਰ ਹੈ ਜਿਹੜੇ ਬਰੈਂਪਟਨ, ਮਿਸਿਸਾਗਾ ਵਰਗੇ ਜਾਂ ਟੋਰਾਂਟੋ ਵਰਗੇ, ਜੌਬ ਓਪਰਚੁਨਿਟੀਜ਼ ਵੀ ਉੱਥੇ ਜ਼ਿਆਦਾ ਨੇ। ਤਾਂ ਜੇਕਰ ਤੁਹਾਡੇ ਕੋਲ ਵਰਕ ਫਰੋਮ ਹੋਮ ਵਾਲੀ ਆਪਸ਼ਨ ਨਹੀਂ ਹੈਗੀ ਤਾਂ ਤੁਸੀਂ ਰੋਜ਼ ਕਮਿਊਟ ਕਰਨਾ ਆਪਣੇ ਵਰਕ ਪਲੇਸ ਤੇ, ਤਾਂ ਤੁਹਾਨੂੰ ਦੇਖਣਾ ਪਏਗਾ ਕਿ ਤੁਸੀਂ ਕਿੰਨਾ ਡਿਸਟੈਂਸ ਐਵਰੀਡੇ ਟਰੈਵਲ ਕਰ ਸਕਦੇ ਹੋ। ਉਸ ਹਿਸਾਬ ਨਾਲ ਤੁਸੀਂ ਇੱਕ ਲੋਕੇਸ਼ਨ ਡਿਸਾਈਡ ਕਰ ਸਕਦੇ ਹੋ, ਬਿਕਾਜ਼ ਜਿੰਨਾ ਤੁਸੀਂ ਇਹਨਾਂ ਮੇਨ ਸ਼ਹਿਰਾਂ ਤੋਂ ਦੂਰ ਜਾਓਗੇ ਉਹਨਾਂ ਓਬਵੀਅਸਲੀ ਰੇਟ ਘੱਟ ਜਾਂਦੇ ਆ ਘਰਾਂ ਦੇ। ਤੇ ਇੱਕ ਹੋਰ ਚੀਜ਼ ਹੈ ਕਿ ਵਿਦਿਨ ਇੱਕ ਸਿਟੀ ਵੀ ਤੁਸੀਂ ਏਰੀਆ ਆਪਣਾ ਡਿਸਾਈਡ ਕਰੋ, ਬਿਕਾਜ਼ ਸ਼ਹਿਰ ਬਹੁਤ ਵੱਡੇ ਨੇ, ਜਿਵੇਂ ਬਰੈਂਪਟਨ ਹੋ ਗਿਆ, ਮਿਸਿਸਾਗਾ ਹੋ ਗਿਆ। ਇਹਨਾਂ ਦੇ ਅੰਦਰ ਵੀ ਤੁਸੀਂ ਡਿਪੈਂਡ ਕਰਦਾ, ਤੁਸੀਂ ਜੇਕਰ ਤੁਹਾਡੇ ਬੱਚੇ ਹੈ ਤਾਂ ਓਬਵੀਅਸਲੀ ਤੁਸੀਂ ਅੱਛਾ ਨੇਬਰਹੁੱਡ ਚਾਹੋਗੇ ਜਿੱਥੇ ਸਕੂਲਸ ਵਧੀਆ ਹੋਣ, ਸਕੂਲ ਦੀਆਂ ਰੇਟਿੰਗਸ ਅੱਛੀਆਂ ਹੋਣ, ਕ੍ਰਾਈਮ ਰੇਟ ਘੱਟ ਹੋਵੇ। ਤਾਂ ਇਹ ਸਾਰੇ ਫੈਕਟਰਸ ਨੂੰ ਧਿਆਨ 'ਚ ਰੱਖ ਕੇ ਤੁਸੀਂ ਡਿਸਾਈਡ ਕਰੋਗੇ ਕਿ ਤੁਸੀਂ ਕਿਹੜੇ ਸ਼ਹਿਰ ਤੇ ਉਸ ਸ਼ਹਿਰ ਦੇ ਕਿਹੜੀ ਏਰੀਆ ਵਿੱਚ ਘਰ ਲੈਣਾ ਪ੍ਰੈਫਰ ਕਰੋਗੇ। ਤਾਂ ਲੋਕੇਸ਼ਨ ਵੀ ਬਹੁਤ ਮੈਟਰ ਕਰਦੀ ਹੈ ਬੇਸਡ ਔਨ ਯੋਰ ਵਰਕ ਪਲੇਸ ਤੇ ਬੇਸਡ ਔਨ ਤੁਹਾਡੇ ਆਪਣੀ ਪ੍ਰੈਫਰੈਂਸਿਸ। ਤੀਜੀ ਤੇ ਮੋਸਟ ਇੰਪੋਰਟੈਂਟ ਚੀਜ਼ ਹੈ ਬਜਟ, ਕਿ ਤੁਹਾਡਾ ਕਿੰਨਾ ਬਜਟ ਹੈ, ਕਿੰਨੇ ਲੱਖ ਜਾਂ ਕਿੰਨੇ ਮਿਲੀਅਨ ਡਾਲਰਸ ਦਾ ਘਰ ਤੁਸੀਂ ਅਫੋਰਡ ਕਰ ਸਕਦੇ ਹੋ। ਤੇ ਬਜਟ ਓਬਵੀਅਸਲੀ ਡਿਪੈਂਡ ਕਰਦਾ ਹੈ ਕਿ ਤੁਸੀਂ ਡਾਊਨ ਪੇਮੈਂਟ ਕਿੰਨੀ ਕਰ ਸਕਦੇ ਹੋ ਤੇ ਤੁਹਾਡੀ ਮੌਰਗੇਜ ਕਿੰਨੀ ਅਪਰੂਵ ਹੋ ਸਕਦੀ ਹੈ। ਜੇਕਰ ਡਾਊਨ ਪੇਮੈਂਟ ਦੀ ਗੱਲ ਕੀਤੀ ਜਾਵੇ ਤਾਂ ਫਸਟ ਟਾਈਮ ਹੋਮ ਬਾਇਰਸ ਕੈਨੇਡਾ ਵਿੱਚ 5% ਡਾਊਨ ਪੇਮੈਂਟ ਕਰਕੇ ਵੀ ਘਰ ਲੈ ਸਕਦੇ ਆ। ਯਾਨੀ ਕਿ ਜੇਕਰ ਤੁਸੀਂ 5 ਲੱਖ ਦਾ ਘਰ ਪਸੰਦ ਕੀਤਾ ਤਾਂ ਤੁਸੀਂ $25,000 ਦੇ ਕੇ ਵੀ ਘਰ ਖਰੀਦ ਸਕਦੇ ਹੋ, ਜਿਹੜਾ ਕਿ 5% ਹੈ।
ਬਟ ਯੂਜੂਅਲੀ ਪ੍ਰੈਫਰ ਇਹ ਕਰਨਾ ਚਾਹੀਦਾ ਜੇਕਰ ਤੁਸੀਂ 20% ਡਾਊਨ ਪੇਮੈਂਟ ਕਰ ਸਕਦੇ ਹੋ, ਕਿਉਂਕਿ ਉਹਦੇ ਵਿੱਚ ਕੀ ਹੋ ਜਾਂਦਾ, ਇੱਕ ਤਾਂ ਤੁਹਾਡਾ ਲੋਨ ਅਪਰੂਵ ਹੋਣਾ ਬਹੁਤ ਈਜ਼ੀ ਹੈ 20% ਵਿੱਚ, ਉਹਦੇ 'ਚ ਫਾਰਮੈਲਿਟੀਜ਼ ਘੱਟ ਨੇ, ਤੇ ਇੱਕ ਐਕਸਟਰਾ ਫੀਸ ਜਿਹੜੀ ਹੈ CMHC ਫੀਸ ਲੱਗਦੀ ਹੈ ਜੋ ਕਿ ਸਿਰਫ ਉਹਨਾਂ ਲੋਕਾਂ ਨੂੰ ਲੱਗਦੀ ਜਿਹੜੇ 20% ਤੋਂ ਘੱਟ ਡਾਊਨ ਪੇਮੈਂਟ ਕਰਦੇ ਆ, ਤਾਂ ਤੁਸੀਂ ਉਸ ਫੀਸ ਤੋਂ ਵੀ ਬਚ ਜਾਂਦੇ ਹੋ ਬਿਕੋਜ਼ ਉਹ ਵੀ $20,000 ਹੁੰਦੀ ਹੈ। ਤਾਂ ਆਲਦੋ ਤੁਸੀਂ ਖਰੀਦ ਸਕਦੇ ਹੋ 5% ਡਾਊਨ ਪੇਮੈਂਟ ਨਾਲ, ਬਟ ਉਹਦੇ 'ਚ ਕਾਫੀ ਮੈਂ ਕਹਾਂਗੀ ਚੈਲੰਜਸ ਆਉਂਦੇ ਆ, ਤਾਂ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਕਿਸੇ ਤਰੀਕੇ 20% ਡਾਊਨ ਪੇਮੈਂਟ ਦਾ ਅਰੇਂਜਮੈਂਟ ਕਰ ਸਕਦੇ ਹੋ ਤਾਂ ਉਹ ਬੈਸਟ ਹੁੰਦਾ ਹੈ। 20% ਡਾਊਨ ਪੇਮੈਂਟ ਕਰਨ ਦਾ ਇਹ ਵੀ ਫਾਇਦਾ ਹੁੰਦਾ ਹੈ ਕਿ ਤੁਸੀਂ ਚੂਜ਼ ਕਰ ਸਕਦੇ ਹੋ ਤੁਸੀਂ ਲੋਨ 25 ਸਾਲਾਂ ਲਈ ਲੈਣਾ ਜਾਂ 30 ਸਾਲਾਂ ਲਈ ਲੈਣਾ, ਕਿਉਂਕਿ ਜੇ 20% ਤੋਂ ਥੱਲੇ ਹੁੰਦੀ ਹੈ ਤੁਹਾਡੀ ਡਾਊਨ ਪੇਮੈਂਟ ਤਾਂ ਤੁਸੀਂ 30 ਸਾਲਾਂ ਵਾਲਾ ਆਪਸ਼ਨ ਚੂਜ਼ ਨਹੀਂ ਕਰ ਸਕਦੇ, ਤਾਂ ਮੈਕਸਿਮਮ ਤੁਹਾਨੂੰ 25 ਸਾਲਾਂ ਵਾਲਾ ਹੀ ਆਪਸ਼ਨ ਮਿਲਦਾ ਹੈ। ਡਾਊਨ ਪੇਮੈਂਟ ਵਾਲੇ ਫੰਡਸ ਟਰਾਈ ਕਰੋ ਕਿ ਜਿੰਨੇ ਪੁਰਾਣੇ ਹੋ ਸਕਦੇ ਆ ਉਨਾ ਅੱਛਾ ਹੈ, ਕਿਉਂਕਿ ਜੇ ਤੁਸੀਂ ਕਿਤੋਂ ਅਰੇਂਜ ਕਰਨੇ ਆ, ਕਿਸੇ ਤੋਂ ਟ੍ਰਾਂਸਫਰ ਕਰਾਣੇ ਆ ਜਾਂ ਕੁਛ ਉਹ ਪਹਿਲਾਂ ਕੀਤਾ ਹੋਵੇ 60 ਦਿਨ ਜਾਂ 90 ਦਿਨ ਪਹਿਲਾਂ, ਉਹ ਬੈਟਰ ਹੈ। ਡਾਊਨ ਪੇਮੈਂਟ ਵਿੱਚ ਫੰਡਸ ਜਿੰਨੇ ਪੁਰਾਣੇ ਹੋਣ ਅੱਛੀ ਗੱਲ ਹੈ। ਇੱਕ ਡਾਊਨ ਪੇਮੈਂਟ ਤੋਂ ਇਲਾਵਾ ਤੁਹਾਡੇ ਕੋਲ ਐਕਸਟਰਾ $8-10 ਹਜ਼ਾਰ ਹੋਰ ਉੱਤੇ ਹੋਣੇ ਚਾਹੀਦੇ ਆ, ਕਿਉਂਕਿ ਤੁਹਾਡੀ ਇੱਕ ਕਲੋਜ਼ਿੰਗ ਕਾਸਟ ਹੁੰਦੀ ਹੈ ਜਿਹਦੇ ਵਿੱਚ ਲਾਇਰ ਦੀ ਫੀਸ ਵੀ ਹੁੰਦੀ ਹੈ, ਬਿਕੋਜ਼ ਲਾਇਰ ਸਾਰਾ ਪੇਪਰ ਵਰਕ ਕਰਦਾ ਹੈ ਟਾਈਟਲ ਨਾਲ ਰਿਲੇਟਡ ਤੇ ਸਾਰਾ ਕੁਝ, ਤੇ ਤੁਹਾਨੂੰ ਉਹਦੀ ਵੀ ਫੀਸ ਦੇਣੀ ਪੈਂਦੀ ਹੈ। ਇਹ ਡਾਊਨ ਪੇਮੈਂਟ ਤੋਂ ਇਲਾਵਾ ਮਤਲਬ ਐਕਸਟਰਾ 10 ਹਜ਼ਾਰ ਤੁਹਾਡੇ ਕੋਲ ਹੋਣਾ ਚਾਹੀਦਾ। ਜਿਹੜਾ ਰੀਅਲ ਏਸਟੇਟ ਵਾਲਾ ਬੰਦਾ ਉਹਨੂੰ ਤੁਸੀਂ ਕੁਝ ਪੇ ਨਹੀਂ ਕਰਨਾ, ਉਹਨੂੰ ਸੈਲਰਸ ਵੱਲੋਂ ਹੀ ਕਮਿਸ਼ਨ ਮਿਲਦੀ ਹੈ, ਤਾਂ ਉਹ ਤੁਹਾਡਾ ਖਰਚਾ ਨਹੀਂ ਹੈ, ਬਟ ਕਲੋਜ਼ਿੰਗ ਕਾਸਟ ਹੁੰਦੀ ਹੈ ਅਪ ਟੂ 10,000 ਅਰਾਊਂਡ 10,000 ਤੁਸੀਂ ਕਹਿ ਲਓ, ਤਾਂ ਉਹ ਵੀ ਡਾਊਨ ਪੇਮੈਂਟ ਤੋਂ ਇਲਾਵਾ ਤੁਹਾਡੇ ਕੋਲ ਉਹਦਾ ਬੰਦੋਬਸਤ ਹੋਣਾ ਚਾਹੀਦਾ ਹੈ। ਜੇਕਰ ਮੌਰਗੇਜ ਅਪਰੂਵਲ ਦੀ ਗੱਲ ਕਰੀਏ ਤਾਂ ਉਹ ਵੀ ਤੁਹਾਨੂੰ ਪ੍ਰੀ ਅਪਰੂਵਲ ਕਰਾ ਕੇ ਰੱਖਣਾ ਪੈਂਦਾ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਬੈਂਕ ਕਿੰਨਾ ਲੋਨ ਦੇ ਸਕਦਾ, ਮੈਕਸਿਮਮ ਲੋਨ ਕਿੰਨਾ ਦੇ ਸਕਦਾ। ਉਹ ਕਈ ਚੀਜ਼ਾਂ ਤੇ ਡਿਪੈਂਡ ਕਰਦਾ ਹੈ, ਤੁਹਾਡਾ ਕ੍ਰੈਡਿਟ ਸਕੋਰ, ਇੱਥੇ ਜਿਹੜੀ ਕ੍ਰੈਡਿਟ ਹਿਸਟਰੀ ਹੈ, ਤੇ ਸਪੈਸ਼ਲੀ ਤੁਹਾਡੀ ਇਨਕਮ ਤੇ, ਜੋ ਕਿ ਪਿਛਲੇ 1 ਸਾਲ ਦੀ ਇਨਕਮ ਉਹ ਦੇਖਦੇ ਆ ਇੱਥੋਂ ਦੇ ਟੈਕਸ ਸਲਿਪਸ, ਟੈਕਸ ਰਿਟਰਨ ਸਲਿਪਸ ਦੇਖ ਕੇ ਤੁਹਾਡੀ ਸਲਿਪ ਤੁਹਾਡੀ ਹਾਊਸ ਹੋਲਡ ਇਨਕਮ ਤੇ, ਯਾਨੀ ਕਿ ਤੁਹਾਡਾ ਤੇ ਤੁਹਾਡੇ ਸਪਾਊਸ ਤੇ ਤੁਹਾਡੇ ਪੂਰੇ ਹਾਊਸ ਹੋਲਡ ਦੀ ਇਨਕਮ ਮਿਲਾ ਕੇ ਉਹਦੇ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਬੈਂਕ ਕਿੰਨਾ ਮੌਰਗੇਜ ਅਪਰੂਵ ਕਰੇਗਾ ਤੁਹਾਡੇ ਲਈ। ਯੂਜੂਅਲੀ ਇਹਨੂੰ ਜੇਕਰ ਤੁਸੀਂ ਆਪਣੀ ਹਾਊਸ ਹੋਲਡ ਇਨਕਮ, ਐਨੂਅਲ ਇਨਕਮ ਨੂੰ 4.5 ਨਾਲ ਮਲਟੀਪਲਾਈ ਕਰੋ ਜਾਂ 5 ਨਾਲ, ਉਹਨਾਂ ਕੋਲ ਲੋਨ ਈਜ਼ੀਲੀ ਅਪਰੂਵ ਹੋ ਜਾਂਦਾ। ਤਾਂ ਰਫਲੀ ਤੁਹਾਨੂੰ ਜੇਕਰ ਤੁਸੀਂ 5 ਲੱਖ ਦਾ ਘਰ ਲਿਆ ਤੇ ਉਹਦੇ 'ਚ ਤੁਸੀਂ 25,000 ਲੈਟਸ ਸੇ ਡਾਊਨ ਪੇਮੈਂਟ ਕਰ ਰਹੇ ਹੋ, ਤਾਂ ਤੁਹਾਨੂੰ 4.5 ਲੱਖ ਚਾਹੀਦਾ ਮੌਰਗੇਜ ਅਪਰੂਵ, ਤੇ ਉਹਦੇ ਲਈ ਜ਼ਰੂਰੀ ਹੈ ਕਿ ਤੁਹਾਡੀ ਆਲਮੋਸਟ 1 ਲੱਖ ਸੈਲਰੀ ਹੋਵੇ, $1 ਲੱਖ 1 ਸਾਲ ਦੀ ਸੈਲਰੀ ਹੋਵੇ, ਤਾਂ ਤੁਹਾਡੇ ਲਈ ਈਜ਼ੀਲੀ ਅਪਰੂਵ ਹੋ ਜਾਏਗਾ $4.5 ਲੱਖ ਦਾ ਲੋਨ। ਇੱਕ ਹੋਰ ਸੁਜੈਸ਼ਨ ਮੈਂ ਤੁਹਾਨੂੰ ਇੱਥੇ ਦੇ ਸਕਦੀ ਹਾਂ ਕਿ ਇੱਕ RRSP ਅਕਾਊਂਟ ਹੁੰਦਾ ਇੱਥੇ, ਸੇਵਿੰਗਸ ਅਕਾਊਂਟ ਕੈਨੇਡਾ ਵਿੱਚ, ਉਹ ਜ਼ਰੂਰ ਆਪਣਾ ਖੁਲਵਾ ਕੇ ਰੱਖੋ, ਤੇ ਜਿੰਨੀ ਮੈਕਸਿਮਮ ਅਮਾਊਂਟ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ, ਐਲੀਜੀਬਲ ਹੋ ਉਨੀ ਪਾ ਕੇ ਰੱਖੋ, ਕਿਉਂਕਿ ਫਸਟ ਟਾਈਮ ਹੋਮ ਬਾਇਰ ਹੈ ਜਿਹੜੇ ਉਹਦੇ ਵਿੱਚੋਂ ਕਢਾ ਸਕਦੇ ਆ ਕਲੋਜ਼ਿੰਗ ਦੇ ਵੇਲੇ, ਬਟ ਉਹ ਪਹਿਲਾਂ ਤੁਸੀਂ ਖੁਲਵਾਇਆ ਹੋਏਗਾ ਤਾਂ ਬੈਟਰ ਹੈ, ਬਿਕੋਜ਼ ਆਈ ਥਿੰਕ ਉਹਦੇ ਵਿੱਚ 60 ਦਿਨ ਜਾਂ 90 ਦਿਨਾਂ ਦਾ ਟਾਈਮ ਪੀਰੀਅਡ ਹੁੰਦਾ ਕਿ ਉਹਨੇ ਪੁਰਾਣੇ ਹੋਣ RRSP ਵਿੱਚ ਫੰਡਸ, ਤਾਂ ਉਹ ਤੁਸੀਂ ਆਪਣੇ ਟੈਕਸ ਅਕਾਊਂਟੈਂਟ ਨੂੰ ਪੁੱਛ ਸਕਦੇ ਹੋ RRSP ਬਾਰੇ ਤੇ ਆਪਣਾ ਅਕਾਊਂਟ ਖੁਲਵਾ ਸਕਦੇ ਹੋ ਬਿਫੋਰ ਯੂ ਇਵਨ ਸਟਾਰਟ ਸਰਚਿੰਗ ਫॉर ਅ ਹਾਊਸ। ਇਹ ਸਭ ਗੱਲਾਂ ਦਾ ਤੁਹਾਨੂੰ ਪਹਿਲਾਂ ਧਿਆਨ ਰੱਖਣਾ ਪਏਗਾ ਘਰ ਸਰਚ ਸ਼ੁਰੂ ਕਰਨ ਤੋਂ ਵੀ ਪਹਿਲਾਂ, ਯਾਨੀ ਕਿ ਟਾਈਪ ਆਫ ਹਾਊਸ, ਲੋਕੇਸ਼ਨ ਤੇ ਬਜਟ, ਪ੍ਰੀ ਅਪਰੂਵਲ ਬੈਂਕ ਵੱਲੋਂ ਲਿੱਤਾ ਹੋਵੇ ਆਪਣਾ ਮੌਰਗੇਜ ਦਾ। ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਹੋਗੀ ਤੁਹਾਨੂੰ, ਤਾਂ ਉਦੋਂ ਤੁਸੀਂ ਆਪਣਾ ਐਕਚੁਅਲ ਪ੍ਰੋਸੈਸ ਸ਼ੁਰੂ ਕਰਦੇ ਹੋ ਘਰ ਦੇਖਣ ਦਾ, ਜਿਹਦੇ ਲਈ ਸਭ ਤੋਂ ਜ਼ਰੂਰੀ ਹੈ ਤੁਹਾਡੇ ਲਈ ਇੱਕ ਰੀਅਲਟਰ ਨੂੰ ਮਿਲਣਾ, ਯਾਨੀ ਕਿ ਇੱਕ ਭਰੋਸੇਮੰਦ ਰੀਅਲ ਏਸਟੇਟ ਵਾਲੇ ਏਜੰਟ ਨੂੰ ਮਿਲਣਾ, ਜਿਹੜਾ ਕਿ ਤੁਹਾਨੂੰ ਲਿਸਟਿੰਗਸ ਜਦੋਂ ਵੀ ਕੋਈ ਵੀ ਮਾਰਕੀਟ ਵਿੱਚ ਘਰ ਆਉਂਦਾ ਤਾਂ ਉਹ ਤੁਹਾਨੂੰ ਦਿਖਾਏਗਾ ਬੇਸਡ ਔਨ ਤੁਹਾਡਾ ਇੰਟਰਸਟ ਜਿਹੜੇ ਵੀ ਏਰੀਆ 'ਚ ਹੈ, ਤੇ ਉਹ ਤੁਹਾਨੂੰ ਘਰ ਦੀ ਅਪੁਆਇੰਟਮੈਂਟ ਲਏਗਾ, ਸ਼ੋਇੰਗਸ ਜਦੋਂ ਹੁੰਦੀਆਂ ਤੇ ਤੁਹਾਨੂੰ ਲੈ ਕੇ ਜਾਏਗਾ ਨਾਲ ਦਿਖਾਉਣ ਲਈ ਘਰ। ਜਦੋਂ ਤੁਹਾਨੂੰ ਕੋਈ ਘਰ ਪਸੰਦ ਆਉਂਦਾ ਤਾਂ ਤੁਸੀਂ ਉਸ ਤੇ ਇੱਕ ਆਫਰ ਪਾਉਂਦੇ ਹੋ ਉਸੇ ਦਿਨ, ਜਾਂ ਜਿੰਨੀ ਵੀ ਉਹ ਸੈਲਰ ਨੇ ਡੇਟ ਦਿੱਤੀ ਹੁੰਦੀ ਕਿ ਇਸ ਦਿਨ ਤੱਕ ਉਹ ਆਫਰਸ ਐਕਸੈਪਟ ਕਰੇਗਾ। ਆਫਰ ਇੱਕ ਆਫੀਸ਼ੀਅਲ ਡਾਕੂਮੈਂਟ ਹੈ ਜਿਹਦੇ ਵਿੱਚ ਤੁਸੀਂ ਦੱਸਦੇ ਹੋ ਕਿ ਮੈਂ ਕਿੰਨੇ ਵਿੱਚ ਇਹ ਘਰ ਖਰੀਦਾਂਗਾ, ਕਲੋਜ਼ਿੰਗ ਡੇਟ ਮੈਂ ਕਿੰਨੀ ਚਾਹਨਾ, ਯਾਨੀ ਕਿ ਕਿਸ ਦਿਨ ਤੱਕ ਡਾਊਨ ਪੇਮੈਂਟ ਐਂਡ ਮੌਰਗੇਜ ਸਾਰਾ ਕੁਝ ਹੋ ਜਾਏਗਾ, ਤੇ ਤੀਸਰੀ ਚੀਜ਼ ਕਿ ਮੈਂ ਡਿਪੋਜ਼ਿਟ ਕਿੰਨਾ ਦੇਵਾਂਗਾ, ਜੇਕਰ ਮੇਰਾ ਆਫਰ ਐਕਸੈਪਟ ਹੁੰਦਾ ਹੈ ਤਾਂ ਸਾਈ ਦੇ ਤੌਰ ਤੇ ਜਿਹੜੇ ਆਪਾਂ ਪੈਸੇ ਦਿੰਨੇ ਆ 10-20 ਹਜ਼ਾਰ ਜਾਂ $30,000 ਉਹ ਮੈਂ ਕਿੰਨੇ ਦੇਵਾਂਗਾ। ਤਾਂ ਇਹ 3 ਜ਼ਰੂਰੀ ਚੀਜ਼ਾਂ ਉਸ ਆਫਰ ਡਾਕੂਮੈਂਟ ਵਿੱਚ ਹੁੰਦੀਆਂ। ਬਟ ਇੱਥੇ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਹਰ ਘਰ ਲਈ ਤੁਸੀਂ ਦੇਖੋਗੇ, ਖਾਸ ਕਰ ਜਿਹੜੇ ਵਧੀਆ ਘਰ ਨੇ ਮਾਰਕੀਟ ਵਿੱਚ ਆਏ,
ਉਹਨਾਂ ਲਈ ਇੱਕ ਤੋਂ ਵੱਧ ਆਫਰਸ ਆ ਜਾਂਦੇ, ਯੂਜੂਲੀ 5 6 ਜਾਂ 7 8 ਆਫਰਸ ਵੀ ਆ ਜਾਂਦੇ ਇੱਕ ਘਰ ਪਿੱਛੇ। ਤੇ ਇੱਕ ਬੜੀ ਹੈਰਾਨ ਕਰਨ ਵਾਲੀ ਚੀਜ਼ ਹੈ ਕਿ ਤੁਸੀਂ ਜਿੰਨੇ ਦਾ ਘਰ ਮਾਰਕੀਟ ਵਿੱਚ ਲੱਗਿਆ, ਲੈਟਸ ਸੇ 6 ਲੱਖ ਦਾ ਘਰ ਲੱਗਿਆ ਕੋਈ, ਤੇ ਜਿਹੜੀ ਆਫਰ ਹੁੰਦੀ ਹੈ ਉਹ ਲੋਕੀ ਡਿਫਰੈਂਟ ਅਮਾਉਂਟ ਦੀ ਵੀ ਪਾ ਸਕਦੇ ਆ। ਕੋਈ ਕਹਿ ਸਕਦਾ ਕਿ ਮੈਂ ਇਹਨੂੰ 590 ਵਿੱਚ ਲਵਾਂਗਾ, ਕੋਈ ਆਪਣੀ ਆਫਰ ਵਿੱਚ ਕਹਿ ਸਕਦਾ ਕਿ ਮੈਂ 610 ਦਾ ਲਵਾਂਗਾ ਜਾਂ 6.5 ਦਾ ਲਵਾਂਗਾ। ਤੇ ਐਂਡ ਵਿੱਚ ਸੈਲਰ ਨੇ ਡਿਸਾਈਡ ਕਰਨਾ ਉਹ ਸਾਰੇ ਆਫਰਸ ਦੇਖ ਕੇ ਕਿ ਮੈਂ ਕਿਸ ਨੂੰ ਆਪਣਾ ਘਰ ਦੇਣਾ। ਤਾਂ ਓਬਵੀਅਸਲੀ ਯੂਜੂਲੀ ਇਹੀ ਹੁੰਦਾ ਕਿ ਜਿਹਨੇ ਸਭ ਤੋਂ ਵੱਧ ਆਫਰ ਪਾਈ ਹੈ, ਇੱਕ ਤਰ੍ਹਾਂ ਦੀ ਬਿਡਿੰਗ ਹੋਗੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹਨੇ ਸਭ ਤੋਂ ਵੱਧ ਅਮਾਉਂਟ ਪਾਇਆ ਆਫਰ ਵਿੱਚ, ਓਬਵੀਅਸਲੀ ਸੈਲਰ ਉਹਨੂੰ ਪ੍ਰੈਫਰ ਕਰੇਗਾ। ਤਾਂ ਇੱਥੇ ਇਸ ਟਾਈਮ ਰੇਟਸ ਇੰਨੇ ਕੁ ਵਧੇ ਹੋਏ ਹੈ, ਇੰਟਰਸਟ ਰੇਟਸ ਘਟਣ ਕਰਕੇ ਪੈਂਡੇਮਿਕ ਵਿੱਚ ਹਾਊਸਿਸ ਦੇ ਰੇਟਸ ਕਾਫੀ ਵਧੇ ਹੈ ਕਿਉਂਕਿ ਮਾਰਕੀਟ ਕਾਫੀ ਗਰਮ ਹੈ। ਤੇ ਤੁਸੀਂ ਦੇਖੋਗੇ ਕਿ ਜਿਹੜਾ 6 ਲੱਖ ਦਾ ਘਰ ਲੱਗਿਆ ਮਾਰਕੀਟ ਵਿੱਚ, ਉਹ ਕਈ ਵਾਰ 7 ਲੱਖ ਜਾਂ ਉਸ ਤੋਂ ਵੀ ਉੱਤੇ ਵਿੱਚ ਵਿਕਦਾ ਹੈ। ਆਫਰ ਵੀ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਫਰਮ ਆਫਰ ਹੁੰਦਾ ਹੈ, ਇੱਕ ਕੰਡੀਸ਼ਨਲ ਆਫਰ ਹੁੰਦਾ ਹੈ। ਫਰਮ ਆਫਰ ਇਹ ਹੁੰਦਾ ਹੈ ਕਿ ਜੇਕਰ ਮੇਰਾ ਆਫਰ ਐਕਸੈਪਟ ਹੁੰਦਾ ਤਾਂ ਬਿਨਾਂ ਕਿਸੇ ਕੰਡੀਸ਼ਨ ਤੋਂ ਮੈਂ ਘਰ ਲਵਾਂਗਾ ਹੀ ਲਵਾਂਗਾ, ਮਤਲਬ ਆਪਾਂ ਮੁੱਕਰ ਨਹੀਂ ਸਕਦੇ। ਫਿਰ ਜੇਕਰ ਉਹ ਜੇ ਕੁਝ ਕੇਸ ਹੁੰਦਾ ਤਾਂ ਪੈਨੈਲਿਟੀ ਪੈਂਦੀ ਹੈ, ਯਾਨੀ ਕਿ ਫਰਮ ਆਫਰ ਮੀਨਸ ਕਿ ਮੈਂ ਹਾਂ ਇਹ ਘਰ ਲਵਾਂਗਾ ਹੀ ਲਵਾਂਗਾ। ਕੰਡੀਸ਼ਨਲ ਆਫਰ ਹੁੰਦਾ ਜਿਹਦੇ ਵਿੱਚ ਤੁਸੀਂ ਕੁਝ ਸ਼ਰਤਾਂ ਰੱਖਦੇ ਹੋ ਕਿ ਜੇ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋਣਗੀਆਂ ਤਾਂ ਮੈਂ ਇਸ ਘਰ ਨੂੰ ਖਰੀਦਾਂਗਾ। ਤੇ ਮੋਸਟਲੀ ਕੰਡੀਸ਼ਨਸ ਹੁੰਦੀਆਂ ਜਿਵੇਂ ਕਿ ਜੇ ਮੇਰਾ ਲੋਨ ਅਪਰੂਵ ਹੁੰਦਾ ਜਾਂ ਨਹੀਂ ਹੁੰਦਾ ਨਾ, ਉਹ ਇੱਕ ਕੰਡੀਸ਼ਨ ਹੋ ਗਈ। ਇੱਕ ਕੰਡੀਸ਼ਨ ਇਹ ਹੋ ਸਕਦੀ ਕਿ ਮੈਂ ਹੋਮ ਇਨਸਪੈਕਸ਼ਨ ਕਰਾਵਾਂਗਾ ਕਿ ਘਰ 'ਚ ਕੋਈ ਬਹੁਤ ਵੱਡਾ ਇਸ਼ੂ ਨਾ ਹੋਵੇ, ਰਾਈਟ। ਤੇ ਉਹ ਇਹੋ ਜਿਹੀਆਂ ਕੁਝ ਕੰਡੀਸ਼ਨਸ ਹੁੰਦੀਆਂ, ਕਈ ਲੋਕ ਕੰਡੀਸ਼ਨਲ ਆਫਰ ਪਾਉਂਦੇ ਆ। ਬਟ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਇਸ ਟਾਈਮ ਮਾਰਕੀਟ ਇਹੋ ਜਿਹੀ ਚੱਲ ਰਹੀ ਹੈ ਕਿ ਕੰਡੀਸ਼ਨਲ ਆਫਰ ਪਾਉਣ ਨਾਲ ਯੂਜੂਲੀ ਤੁਹਾਡਾ ਓਬਵੀਅਸਲੀ ਐਕਸੈਪਟ ਨਹੀਂ ਹੋਏਗਾ, ਕਿਉਂਕਿ ਜੇਕਰ 3-4 ਆਫਰਸ ਆਈਆਂ ਤੇ ਉਹਨਾਂ ਚੋਂ ਜਿਨ੍ਹਾਂ ਨੇ ਫਰਮ ਆਫਰ ਪਾਈ ਹੈ, ਸੈਲਰ ਪ੍ਰੈਫਰ ਕਰੇਗਾ ਕਿ ਮੈਂ ਫਰਮ ਆਫਰ ਵਾਲੇ ਬੰਦੇ ਨੂੰ ਹੀ ਕਰ ਦੇਵਾਂ। ਤਾਂ ਇਹ ਸਾਰੇ ਚੀਜ਼ਾਂ ਤੁਹਾਨੂੰ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ, ਬਿਕੋਜ਼ ਲੇਟਰ ਔਨ ਬੜੀ ਡਿਸਅਪੁਆਇੰਟਮੈਂਟ ਹੁੰਦੀ ਹੈ ਜੋ ਤੁਹਾਨੂੰ ਬਾਅਦ ਚੋਂ ਪਤਾ ਲੱਗਦੀਆਂ ਚੀਜ਼ਾਂ। ਤੇ ਇਹ ਚੀਜ਼ਾਂ ਆਪਣੇ ਦਿਮਾਗ ਵਿੱਚ ਰੱਖ ਕੇ ਜਾਇਓ। ਹੁਣ ਗੱਲ ਕਰਦੇ ਹਾਂ, ਜੇਕਰ ਤੁਹਾਡੀ ਆਫਰ ਅਸੈਪਟ ਹੋ ਗਈ ਹੈ ਤਾਂ ਤੁਹਾਨੂੰ ਨੈਕਸਟ ਸਟੈਪ ਕੀ ਹੋਏਗਾ। ਆਫਰ ਐਕਸੈਪਟ ਹੋਣ ਤੇ ਪਹਿਲੀ ਚੀਜ਼ ਹੁੰਦੀ ਹੈ ਡਿਪੋਜ਼ਿਟ, ਜਿੰਨੀ ਤੁਸੀਂ ਆਫਰ ਵਿੱਚ ਮੈਂਸ਼ਨ ਕੀਤੀ ਹੈ। ਲੈਟਸ ਸੇ ਤੁਸੀਂ 20,000 ਮੈਂਸ਼ਨ ਕੀਤੀ ਹੈ ਤਾਂ ਉਹ ਤੁਸੀਂ ਅਗਲੇ ਦਿਨ ਜਾਂ ਜਿੰਨੀ ਵੀ ਮਤਲਬ ਜਿੰਨਾ ਅਰਲੀ ਹੋ ਸਕਦਾ ਤੁਸੀਂ ਉਹ 20,000 ਦਾ ਕੈਸ਼ੀਅਰ ਚੈੱਕ ਬਣਾ ਕੇ ਦੇਣਾ ਹੁੰਦਾ ਹੈ ਸੈਲਰ ਨੂੰ। ਤਾਂ ਡਿਪੋਜ਼ਿਟ ਨੰਬਰ 1 ਹੋ ਗਿਆ, ਸਭ ਤੋਂ ਪਹਿਲਾਂ ਜਿਹੜਾ ਖੜੇ ਪੈਰ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ। ਡਿਪੋਜ਼ਿਟ ਤੋਂ ਇਲਾਵਾ ਫਿਰ ਉਸ ਤੋਂ ਬਾਅਦ ਤੁਸੀਂ ਓਬਵੀਅਸਲੀ ਡਾਊਨ ਪੇਮੈਂਟ ਦਾ ਬੰਦੋਬਸਤ ਕਰਨਾ ਸ਼ੁਰੂ ਕਰ ਦਿੰਦੇ ਹੋ। ਤੇ ਕਲੋਜ਼ਿੰਗ ਡੇਟ ਤੁਸੀਂ ਜਿੰਨੀ ਵੀ ਦਿੱਤੀ ਹੈ, 2 ਮਹੀਨੇ ਬਾਅਦ ਦੀ ਦਿੱਤੀ ਜਾਂ 3 ਮਹੀਨੇ ਦੀ, ਤਾਂ ਤੁਹਾਨੂੰ ਪਤਾ ਹੈ ਕਿ ਹੁਣ ਮੇਰੇ ਕੋਲ ਇੰਨਾ ਟਾਈਮ ਹੈ ਜਿਹਦੇ ਵਿੱਚ ਮੈਂ ਡਾਊਨ ਪੇਮੈਂਟ ਦਾ ਬੰਦੋਬਸਤ ਕਰਨਾ ਹੈ। ਤੇ ਡਾਊਨ ਪੇਮੈਂਟ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਤੁਹਾਡੇ ਕੋਲ ਜਿੰਨੇ ਫੰਡਸ ਪੁਰਾਣੇ ਹੋਣ ਉਨਾ ਵਧੀਆ ਹੁੰਦਾ ਤੁਹਾਡੇ ਲਈ, ਤਾਂ ਪਹਿਲਾਂ ਹੀ ਪ੍ਰੀਪੇਅਰਡ ਹੋਣਾ ਚਾਹੀਦਾ ਹੈ। ਡਾਊਨ ਪੇਮੈਂਟ ਤੋਂ ਇਲਾਵਾ ਤੁਸੀਂ ਓਬਵੀਅਸਲੀ ਮੌਰਗੇਜ ਲਈ ਅਪਲਾਈ ਕਰੋਗੇ। ਪਹਿਲਾਂ ਤੁਸੀਂ ਸਿਰਫ ਪ੍ਰੀ ਅਪਰੂਵਲ ਲਿਆ, ਬਟ ਹੁਣ ਤੁਸੀਂ ਐਕਚੁਅਲ ਐਪਲੀਕੇਸ਼ਨ ਪਾਓਗੇ ਆਪਣਾ ਲੋਨ ਅਪਰੂਵ ਕਰਾਉਣ ਲਈ ਜਿੰਨਾ ਤੁਹਾਨੂੰ ਚਾਹੀਦਾ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਵੈਸੇ ਜਿਹੜੇ ਰੀਅਲ ਏਸਟੇਟ ਵਾਲੇ ਏਜੰਟ ਹੁੰਦੇ ਤੁਹਾਡੀ ਹੈਲਪ ਕਰਦੇ, ਬਿਕੋਜ਼ ਉਹਨਾਂ ਦੇ ਆਪਣੇ ਕਨੈਕਸ਼ਨਸ ਹੁੰਦੇ ਆ, ਤਾਂ ਜ਼ਰੂਰੀ ਨਹੀਂ ਤੁਹਾਨੂੰ ਬੈਂਕ ਕੋਲ ਜਾਣਾ ਪਵੇ, ਉਹ ਤੁਹਾਡੀ ਹੈਲਪ ਕਰ ਦਿੰਦੇ ਆ ਵਿੱਚ ਆਪਣੇ ਕਨੈਕਸ਼ਨਸ ਦੇ ਥਰੂ। ਤੇ ਚੌਥੀ ਚੀਜ਼ ਹੁੰਦੀ ਹੈ ਇੱਕ ਲਾਇਰ, ਜਿਹੜਾ ਕਿ ਸਾਰਾ ਉਸ ਹਾਊਸ ਨਾਲ ਰਿਲੇਟਡ ਜਿਹੜਾ ਡਾਕੂਮੈਂਟ ਦਾ ਕੰਮ ਹੈ, ਪੇਪਰ ਵਰਕ ਹੈ ਸਾਰਾ, ਟਾਈਟਲ ਨਾਲ ਰਿਲੇਟਡ, ਪ੍ਰੋਪਰਟੀ ਟੈਕਸ ਨਾਲ, ਉਹ ਸਾਰੀਆਂ ਚੀਜ਼ਾਂ ਉਹ ਲਾਇਰ ਕਰਦਾ। ਤੇ ਉਹਦੀ ਵੀ $200-300 ਜਾਂ $500 ਤੱਕ ਫੀਸ ਹੁੰਦੀ ਹੈ। ਅਗੇਨ ਉਹ ਵੀ ਰੀਅਲ ਏਸਟੇਟ ਵਾਲੇ ਏਜੰਟਸ ਹੈ, ਉਹਨਾਂ ਦੇ ਆਪਣੇ ਲਿੰਕਸ ਹੁੰਦੇ, ਤੁਸੀਂ ਉਹਨਾਂ ਦੇ ਥਰੂ ਲਾਇਰਸ ਨਾਲ ਗੱਲ ਕਰ ਸਕਦੇ ਹੋ। ਤਾਂ ਇਹ 4 ਚੀਜ਼ਾਂ ਤੁਹਾਡੀਆਂ ਆਫਰ ਐਕਸੈਪਟ ਹੋਣ ਤੋਂ ਬਾਅਦ ਤੁਸੀਂ ਕਰਨੀਆਂ ਕਿ ਡਿਪੋਜ਼ਿਟ ਜਿੰਨੀ ਜਲਦੀ ਹੋਵੇ ਉਹ ਦੇਣਾ, ਡਾਊਨ ਪੇਮੈਂਟ ਦਾ ਅਰੇਂਜਮੈਂਟ, ਤੇ ਮੌਰਗੇਜ ਅਪਲਾਈ ਕਰਨੀ ਹੈ, ਤੇ ਲਾਇਰ ਦਾ ਅਰੇਂਜਮੈਂਟ। ਤੇ ਫਾਈਨਲੀ ਜਿਸ ਦਿਨ ਕਲੋਜ਼ਿੰਗ ਡੇਟ ਹੁੰਦੀ ਹੈ ਉਸ ਦਿਨ ਤੁਹਾਨੂੰ ਤੁਹਾਡੇ ਘਰ ਦੀਆਂ ਚਾਬੀਆਂ ਮਿਲ ਜਾਂਦੀਆਂ। ਪੇਪਰ ਵਰਕ ਕਾਫੀ ਹੁੰਦਾ ਜਿਹੜਾ ਸਾਈਨ ਕਰਨਾ ਹੈ ਐਂਡ ਐਵਰੀਥਿੰਗ, ਬਟ ਉਸ ਦਿਨ ਤੁਸੀਂ ਉਸ ਘਰ ਦੇ ਮਾਲਕ ਬਣ ਜਾਂਦੇ ਹੋ। ਤੇ ਉਸ ਤੋਂ ਬਾਅਦ ਤੁਸੀਂ ਜਦੋਂ ਮਰਜ਼ੀ ਆਪਣਾ ਸਮਾਨ ਲਿਆ ਕੇ ਉਸ ਘਰ ਵਿੱਚ ਰਹਿਣਾ ਸ਼ੁਰੂ ਕਰ ਸਕਦੇ ਹੋ। ਤਾਂ ਇਹ ਸੀ ਸਾਰਾ ਪ੍ਰੋਸੈਸ ਕੈਨੇਡਾ ਵਿੱਚ ਆਪਣਾ ਪਹਿਲਾ ਘਰ ਲੈਣ ਦਾ। ਆਈ ਨੋ ਇਹ ਬੜਾ ਓਵਰਵੈਲਮਿੰਗ ਹੋ ਸਕਦਾ ਹੈ। ਆਈ ਹੋਪ ਕਿ ਇਹ ਵੀਡੀਓ ਤੁਹਾਨੂੰ ਯੂਜ਼ਫੁਲ ਲੱਗੀ ਹੋਵੇ। ਤੇ ਜੇਕਰ ਤੁਹਾਡਾ ਕੋਈ ਵੀ ਕੁਐਸਚਨ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਥੈਂਕਸ ਫॉर ਵਾਚਿੰਗ। ਸਤਿ ਸ਼੍ਰੀ ਅਕਾਲ।